ਇੱਕ ਬਾਣੀ ਦਾ ਖਾਸ ਮੁਲਾਕਾਤ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਮੇਜ਼ਬਾਨ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜੰਮੂ ਕਸ਼ਮੀਰ ਦੀਆਂ ਵੱਖੋ ਵੱਖਰੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਨਾ ਇੱਕ ਬਾਣੀ ਦੇ ਖਾਸ ਮੁਲਾਕਾਤ ਪ੍ਰੋਗਰਾਮ ਦਾ ਇਹੀ ਮੁੱਖ ਟੀਚਾ ਹੈ। ਇਸੇ ਮੁਹਿੰਮ ਦੇ ਤਹਿਤ ਅੱਜ ਮੇਰੇ ਨਾਲ ਮੌਜੂਦ ਨੇ ਸਰਦਾਰਨੀ ਗੁਰਦੀਪ ਕੌਰ ਜੀ, ਜੋ ਕਿ ਸਿੱਖ ਮਿਸ਼ਨਰੀ ਕਾਲਜ ਸਰਕਲ श्रीनगर ਵਿੱਚ ਬਤੌਰ ਇੰਚਾਰਜ ਇਸਤਰੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਉਹਨਾਂ ਦੀ ਗਤੀਵਿਧੀਆਂ ਨੇ, ਕੀ ਜਿਹੜਾ ਕਾਰਜ ਇਹ ਕਰ ਰਹੇ ਨੇ ਤਾਂ ਕਿ ਸਿੱਖ ਪੰਥ ਦੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਆਖਦਾ। ਦਰਸ਼ਕ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਦੱਸੋ ਕਿ ਮਿਸ਼ਨਰੀ ਕੌਣ ਹੁੰਦਾ ਹੈ, ਮਿਸ਼ਨਰੀ ਦੀ ਪਰਿਭਾਸ਼ਾ ਕੀ ਹੈ, ਇਹ ਸਮਾਜ ਤੋਂ ਵੱਖਰਾ ਕਿਵੇਂ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਸ਼ਨਰੀ ਇੱਕ ਐਸਾ ਕਿ ਜੋ ਆਪਣੇ ਮਿਸ਼ਨ 'ਤੇ ਕਾਮਯਾਬ ਹੋਣ ਦੀ ਜੋ ਕਾਬਲੀਅਤ ਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਕਰਦਾ ਹੈ। ਜਿਵੇਂ ਕਿ ਆਪਾਂ ਸਕੂਲ ਹੁੰਦੇ ਨੇ ਮਿਸ਼ਨਰੀ, ਬੇਸ਼ੱਕ ਉੱਥੇ ਦੁਨਿਆਵੀ ਪੜ੍ਹਾਈ ਹੁੰਦੀ ਹੈ ਪਰ ਉਹਨਾਂ ਦਾ ਵੀ ਕੋਈ ਮਿਸ਼ਨ ਹੁੰਦਾ ਹੈ। ਜਿਸ ਮਿਸ਼ਨ ਨੂੰ ਪਾਸ ਕਰਕੇ ਕੋਈ ਬੱਚਾ ਜੋ ਵੀ ਮਤਲਬ ਅੱਜ ਪ੍ਰਫੁੱਲਤਾ ਦੇ ਵਿੱਚ ਕਿਸੇ ਵੀ ਅਦਾਰੇ ਦੇ ਵਿੱਚ ਕੰਮ ਕਰਦੇ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਪਾਇਲਟ ਹੈ, ਉਹ ਮਿਸ਼ਨ ਤੋਂ ਕਾਮਯਾਬ ਹੋ ਕੇ ਨਿਕਲਦੇ ਨੇ। ਅਤੇ ਮਿਸ਼ਨਰੀ ਦਾ ਇਹੀ ਹੈ ਕਿ ਮਿਸ਼ਨ ਨੂੰ ਕਾਮਯਾਬ ਕਰਨਾ, ਆਪਣੇ ਮਿਸ਼ਨ ਨੂੰ ਕਾਮਯਾਬ ਕਰਨਾ ਜੀ। ਅਤੇ ਇੱਕ ਮਿਸ਼ਨਰੀ ਦੇ ਰੂਪ ਵਿੱਚ ਜਦੋਂ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹੋ ਅਤੇ ਇੱਕ ਲੰਬਾ ਸਫ਼ਰ ਹੈ ਔਰ ਸੰਘਰਸ਼ ਵਾਲਾ ਸਫ਼ਰ ਹੈ, ਕਿਵੇਂ ਰੁਝਾਨ ਪੈਦਾ ਹੋਇਆ ਕਿ ਮੈਂ ਇਸ ਸਫ਼ਰ 'ਤੇ ਚੱਲਣਾ? ਪਰਿਵਾਰਕ ਮਾਹੌਲ ਬਚਪਨ ਵਿੱਚ ਅਜਿਹਾ ਸੀ ਜਾਂ ਅਗਲੇਰੇ ਸਮੇਂ ਵਿੱਚ ਜਾ ਕੇ ਅਜਿਹੀ ਰੁਚੀ ਪੈਦਾ ਹੋਈ ਹੈ? ਕਿਵੇਂ ਇੱਕ ਫੁਰਨਾ ਉੱਠਿਆ ਕਿ ਮੈਂ ਵੀ ਇੱਕ ਮਿਸ਼ਨਰੀ ਦੇ ਤੌਰ 'ਤੇ ਸਿੱਖ ਪੰਥ ਦੇ ਜਿਹੜਾ ਸਿਧਾਂਤ ਨੇ ਉਹਨਾਂ ਨੂੰ ਪ੍ਰਚਾਰਨਾ ਅਤੇ ਪ੍ਰਸਾਰਨਾ? ਜੀ ਮਿਸ਼ਨਰੀ ਕਾਲ, ਕਿਉਂਕਿ ਜਦੋਂ ਬਚਪਨ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਇੱਕ ਛੋਟੇ ਛੋਟੇ ਵਿਦਿਆਲੇ ਲੱਗਦੇ ਸੀ ਅਤੇ ਵਿਦਿਆਲਿਆਂ ਦੇ ਵਿੱਚ ਜਾ ਕੇ ਮਨ ਨੂੰ ਚਾਹੇ ਕਿ ਆਪਾਂ ਗੁਰਮੁਖੀ ਅੱਖਰ ਗਿਆਨ ਨੂੰ ਸਿੱਖੇ। ਗੁਰਮੁਖੀ ਅੱਖਰ ਗਿਆਨ ਸਿੱਖ ਕੇ ਅਤੇ ਉਹਨਾਂ ਦੇ ਵਿੱਚੋਂ ਕੋਈ ਐਸੀਆਂ ਜੋ ਸ਼ਬਦ ਨਿਕਲਦੇ ਸਨ ਜਿਹੜੇ ਮਨ ਨੂੰ ਮਤਲਬ ਟੱਚ ਕਰਦੇ ਸਨ, ਬੜਾ ਦਿਲ ਨੂੰ ਮੋਹਦੇ ਸਨ। ਨਾਲ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਗਏ, ਪਾਠ ਦੇ ਨਾਲ ਜੁੜ ਗਏ। ਜੋ ਸਾਡੇ ਇੱਥੇ ਦੇ ਬੰਦੇ ਸਨ ਜੋ ਅਦਾਰੇ ਚਲਾਉਂਦੇ ਸਨ, ਉਹਨਾਂ ਨੇ ਬੜੀ ਮਿਹਨਤ ਅਤੇ ਲਗਨ ਦੇ ਨਾਲ ਇਹਨਾਂ ਵਿਦਿਆਲਿਆਂ ਨੂੰ ਮਤਲਬ ਤੋਰਿਆ, ਜਿਨ੍ਹਾਂ ਦੇ ਵਿੱਚ ਬਹੁਤ ਲਗਨ ਦੇ ਨਾਲ ਜਿਹੜੇ ਵਿਦਿਆਰਥੀ ਸਨ ਕਾਫੀ ਦੂਰ ਤੱਕ ਪਹੁੰਚ ਗਏ। ਅਤੇ ਜਦੋਂ ਦਾਸ ਨੇ ਇਸ ਪ੍ਰੋਗਰਾਮ ਨੂੰ ਮਤਲਬ ਅਟੈਂਡ ਕੀਤਾ ਕਾਲਜ ਦੇ ਛੋਟੇ ਛੋਟੇ ਪ੍ਰੋਗਰਾਮਾਂ ਤੋਂ, ਫਿਰ ਜਦੋਂ ਇਹ ਸਮਝ ਆ ਗਈ ਕਿ ਇਸ ਦੇ ਵਿੱਚ ਸਭ ਤੋਂ ਵੱਡਾ ਹੈ ਕਿ ਸ਼ਬਦ ਜਦੋਂ ਆਉਣੇ ਸ਼ੁਰੂ ਹੋ ਗਏ, ਆਪ ਜਪੋ ਅਵਰਾ ਨਾਮ ਜਪਾਓ, ਅਤੇ ਫਿਰ ਕੋਸ਼ਿਸ਼ ਕੀਤੀ ਕਿ ਇਹ ਆਪ ਜਪੋ ਅਵਰਾ ਨਾਮ ਜਪਾਓ ਅਤੇ ਹੋਰ ਵੀ ਸਾਨੂੰ ਵੀ ਜਪਾਉਣਾ ਚਾਹੀਦਾ। ਫਿਰ ਛੋਟੀ ਛੋਟੀ ਕਲਾਸਾਂ ਨੇ ਸ਼ੁਰੂ ਕੀਤਾ। ਜਦੋਂ ਦਾਸ ਨੇ ਇਸ ਪ੍ਰੋਗਰਾਮ ਨੂੰ ਲਿਖਿਆ ਮੈਰਿਜ ਤੋਂ ਬਾਅਦ ਵੀ, ਅਤੇ ਉਹ ਜਿਹਾ ਮਾਹੌਲ ਵੀ ਅੱਗੇ ਮਿਲ ਗਿਆ, ਅੱਛਾ ਮਾਹੌਲ ਮਿਲ ਗਿਆ। ਅਤੇ ਜਦੋਂ ਸ਼ਬਦ ਮਤਲਬ ਦਿਲ ਨੂੰ ਮੋਹਦਾ ਹੈ ਕਿ ਗੁਰੂ ਨਾਨਕ ਦਾ ਸਿਧਾਂਤ ਹੈ ਕਿ ਮਤਲਬ ਕਿ ਇਸਤਰੀ ਅਤੇ ਮਰਦ 'ਚ ਕੋਈ ਫਰਕ ਨਹੀਂ ਹੈ, ਕੋਈ ਫਰਕ ਨਹੀਂ ਹੈ। ਅਤੇ ਦੋਨੋਂ ਜੇ ਮਰਦ ਪ੍ਰਚਾਰ ਕਰ ਰਹੇ ਨੇ ਤਾਂ ਇਸਤਰੀਆਂ ਵੀ ਕਿਸੇ ਕੋਲ ਘੱਟ ਨਹੀਂ ਨੇ। ਅਤੇ ਇਸ ਕਰਕੇ ਕੋਸ਼ਿਸ਼ ਕੀਤੀ ਕਿ ਆਪਾਂ ਛੋਟੇ ਛੋਟੇ ਵਿਦਿਆਲੇ ਸ਼ੁਰੂ ਕਰੀਏ। ਵਿਦਿਆਲਿਆਂ ਦੇ ਰਾਹੀਂ ਫਿਰ ਵੱਡਿਆਂ ਦੇ ਸਰਕਲਾਂ ਤੱਕ ਆਪਾਂ ਪਹੁੰਚਿਆ ਅਤੇ ਬੜਾ ਅੱਛਾ ਲੱਗ ਰਿਹਾ ਸੀ ਕਿ ਜਦੋਂ ਜਿਵੇਂ ਜਿਵੇਂ ਆਪਾਂ ਗੁਰਬਾਣੀ ਨੂੰ ਜਾਂ ਗੁਰਮਤਿ ਨੂੰ ਵੰਡਦੇ ਜਾ ਰਹੇ ਸਾਂ ਅਤੇ ਮਨ ਨੂੰ ਸਕੂਨ ਮਿਲ ਰਿਹਾ ਸੀ। ਅਤੇ ਜਦੋਂ ਸਕੂਨ ਮਿਲਦਾ ਫਿਰ ਬੰਦਾ ਕੋਸ਼ਿਸ਼ ਕਰਦਾ ਕਿ ਹੋਰ, ਜਿਵੇਂ ਕਿ ਵਪਾਰ ਦੇ ਪੱਖ ਵਿੱਚ ਬੰਦਾ ਵਪਾਰ ਕਰਦਾ, ਉਹਨੂੰ ਸਮਝ ਆ ਜਾਂਦੀ ਹੈ ਵਪਾਰ ਕਰਨ ਦੀ ਕਿ ਮੈਨੂੰ ਇਹਦੇ ਵਿੱਚ ਬੈਨੀਫਿਟ ਹੋ ਜਾ, ਫਾਇਦਾ ਹੋ ਰਿਹਾ ਕੁਝ, ਅਤੇ ਫਿਰ ਉਹ ਹੋਰ ਵਧਾਉਂਦਾ ਹੈ। ਇਸੇ ਤਰ੍ਹਾਂ ਗੁਰਮਤਿ ਦੇ ਅਦਾਰੇ ਨੂੰ ਵਧਾਉਣ ਦਾ ਅੱਗੇ ਚੱਲ ਪਿਆ। ਹਾਂਜੀ, ਕਿਉਂਕਿ ਗੁਰਬਾਣੀ ਦਾ ਵੀ ਕਥਨ ਹੈ ਕਿ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਅਤੇ ਆਪਣੇ ਗੁਰੂਆਂ ਦੀ, ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਸ਼ਾਇਦ ਮਿਸ਼ਨਰੀ ਦਾ ਪਹਿਲਾ ਜਿਹੜਾ ਮੋਢਵਾ ਸਬਕ ਹੈ। ਇਹੀ ਸਿਖਾਇਆ ਜਾਂਦਾ ਕਿ ਆਪਣੇ ਪ੍ਰਭੂ ਨੂੰ ਸਲਾਹਣਾ ਹੈ, ਉਸ ਦੀ ਵਡਿਆਈ ਕਰਨੀ ਹੈ, ਉਸ ਦੀ ਵਡਿਆਈ ਨੂੰ ਦੁਨੀਆ ਤੱਕ ਬਾਖੂਬੀ ਪਹੁੰਚਾਉਣਾ ਹੈ। ਜਿਸ ਖਿੱਤੇ ਵਿੱਚ ਤੁਸੀਂ ਵਿਚਰ ਰਹੇ ਹੋ, ਖਾਸ ਕਰਕੇ श्रीनगर ਜਿਹਾ ਖਿੱਤਾ ਜਿਹੜਾ ਜਿੱਥੇ ਮਾਹੌਲ ਇੱਕ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਉਹਦੇ ਵਿੱਚ ਇਸਤਰੀ ਵਿੰਗ ਦੇ ਇੱਕ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾਉਣੀਆਂ ਔਰ ਇਸਤਰੀਆਂ ਨੂੰ ਜੋੜਨਾ ਇੱਕ ਵੱਡੀ ਸਮੱਸਿਆ ਹੁੰਦੀ ਹੈ ਕਿ ਰੁਝੇਵਿਆਂ ਕਾਰਨ, ਘਰੇਲੂ ਰੁਝੇਵੇਂ ਹੋਣ, ਦੁਨਿਆਵੀ ਰੁਝੇਵੇਂ ਹੋਣ, ਇਸਤਰੀਆਂ ਨੂੰ ਇਸ ਬੰਨੇ ਲਾਉਣਾ ਇੱਕ ਵੱਡੀ ਸਮੱਸਿਆ ਆਉਂਦੀ ਹੈ। ਤੁਹਾਡਾ ਕੀ ਖਿਆਲ ਹੈ ਕਿ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਹੈ, ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ? ਜੀ ਹੁਲਾਰਾ ਬਹੁਤ ਅੱਛਾ ਮਿਲ ਰਿਹਾ ਹੈ ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, मानस की जात सब है एक है पहचानवो, अवल अल्लाह नूर पाया, कुदरत के सब बंदे एक नूर ते सब जग उपजा, कौन भले को मंदे।
ਇਸ ਵਿੱਚ ਸਾਰੀ ਬੀਬੀਆਂ ਨੂੰ ਨਾਲ ਲੈ ਕੇ ਇਹੋ ਜਿਹੇ ਜਦੋਂ ਪੈਗਾਮ, ਇਹੋ ਜਿਹੀਆਂ ਵਿਚਾਰਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣ, ਉਹਨਾਂ ਨੂੰ ਦੱਸਿਆ ਜਾਵੇ। ਕਿਉਂਕਿ ਕਈ ਵਾਰੀ ਐਸਾ ਹੁੰਦਾ ਕਿ ਕਈ ਘਰਾਣਿਆਂ ਦੀਆਂ ਬੀਬੀਆਂ ਜੋ ਹੁੰਦੀਆਂ ਵੱਡੇ ਘਰਾਂ, ਉਹ ਸੋਚਦੀਆਂ ਸ਼ਾਇਦ ਸਾਡਾ ਕੰਮ ਹੈ ਖਾਣਾ ਪੀਣਾ, ਹੱਸਣਾ ਸੋਣਾ, ਵਿਸਰ ਗਿਆ ਹੈ ਮਰਨਾ। ਲੇਕਿਨ ਜਦੋਂ ਉਹਨਾਂ ਨੂੰ ਗੁਰਮਤਿ ਗਾੜੀ ਰਾਹ ਦੇ ਨਾਲ ਤੋਰਿਆ ਜਾਵੇ, ਜਦੋਂ ਉਹਨਾਂ ਨੂੰ ਦੱਸਿਆ ਜਾਵੇ ਕਿ ਗੁਰਮਤਿ ਸਾਡੀ ਕੀ ਕਹਿੰਦੀ ਹੈ, ਸਾਨੂੰ ਸਬਰ ਅਤੇ ਸੰਤੋਖ, ਸਭ ਤੋਂ ਪ੍ਰਫੁੱਲਤਾ, ਸਭ ਤੋਂ ਚੰਗਿਆਈ, ਸਭ ਤੋਂ ਜੋ ਜਿਵੇਂ ਕਿ ਸਮਾਰਟਪੁਣ ਆਖਿਆ ਜਾਵੇ। ਅਤੇ ਕਿਉਂਕਿ ਔਰਤਾਂ ਨੂੰ ਖਾਸ ਕਰਕੇ ਹੁੰਦਾ ਕਿ ਸਾਨੂੰ ਦੁਨੀਆ ਵੇਖੇ, ਅਤੇ ਉਹਨਾਂ ਨੂੰ ਦੱਸਿਆ ਕਿ ਵਿਖਾਉਣ ਦੇ ਬੜੇ ਢੰਗ ਨੇ। ਜ਼ਰੂਰ ਨਹੀਂ ਆਪਾਂ ਕਲੱਬਾਂ ਦੇ ਵਿੱਚ ਜਾ ਕੇ ਜਾਂ ਕਿੱਟੀਆਂ ਪਾਰਟੀਆਂ ਦੇ ਵਿੱਚ ਆਪਾਂ ਦਿਖਾ ਸਕਦੇ ਹਾਂ। ਅਸੀਂ ਗੁਰੂ ਘਰਾਂ ਦੇ ਵਿੱਚ ਸਟੇਜਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੰਨੀ ਵੱਡੀ ਥਾਂ ਦਿੱਤੀ ਹੋਈ, ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੈ ਰਾਜਾਨ। ਅਤੇ ਰਾਜੇ ਅਤੇ ਰਾਣਿਆਂ ਅਤੇ ਪੈਗੰਬਰਾਂ ਨੂੰ ਜਨਮ ਦੇਣ ਵਾਲੇ, ਜਿਨ੍ਹਾਂ ਪੈਗੰਬਰਾਂ ਦੇ ਨਾਲ ਅੱਜ ਧਰਤੀ 'ਤੇ ਅਸੀਂ ਲੋਕ ਜਿੰਦੇ ਹਾਂ, ਅਸੀਂ ਲੋਕ ਖੜੇ ਹਾਂ। ਅਤੇ ਉਹਨਾਂ ਪੈਗੰਬਰਾਂ ਦੀਆਂ ਮਾਵਾਂ ਰਾਣੀਆਂ ਜਿਨ੍ਹਾਂ ਨੂੰ ਅੱਜ ਤੱਕ ਚੇਤੇ ਕੀਤਾ ਜਾ ਰਿਹਾ ਹੈ, ਅਤੇ ਆਪਣੀ ਪ੍ਰਫੁੱਲਤਾ ਲਈ, ਆਪਣੀ ਪਹਿਚਾਣ ਬਣਾਉਣ ਲਈ, ਅਤੇ ਆਪਾਂ ਗੁਰੂ ਦਾ ਲੜ ਫੜੀਏ, ਗੁਰਮਤਿ ਮਰਿਆਦਾ ਨੂੰ ਪੜ੍ਹੀਏ। ਅਤੇ ਗੁਰੂ ਨਾਨਕ ਦਾ ਮਿਸ਼ਨ ਵੀ ਇਹੀ ਹੈ, ਗੁਰੂ ਨਾਨਕ ਦਾ ਮਿਸ਼ਨ ਵੀ ਇਹੀ ਹੈ ਕਿ ਇਸਤਰੀ ਨੂੰ ਸਭ ਤੋਂ ਵੱਡਾ ਦਰਜਾ ਹੈ, ਸਭ ਤੋਂ ਵੱਡਾ ਦਰਜਾ ਹੈ। ਅਤੇ ਕਿਉਂ ਨਾ ਆਪਾਂ ਗੁਰਮਤਿ ਗਾੜੀ ਰਾਹ 'ਤੇ ਚੱਲ ਕੇ ਅਸੀਂ ਇੱਕ ਦੂਜੇ ਦੀ ਬਾਂਹ ਫੜੀਏ। ਅਤੇ ਬੜਾ ਅੱਛਾ ਲੱਗ ਰਿਹਾ ਜਿੱਥੇ ਵੀ ਸਾਡੇ ਪ੍ਰੋਗਰਾਮ ਹੁੰਦੇ ਨੇ, ਬੀਬੀਆਂ ਹਰਦਮ ਸਾਡੇ ਨਾਲ ਤਿਆਰ, ਕਦੇ ਵੀ ਉਹਨਾਂ ਨੇ ਕਦਾਈ ਵੀ ਉਹਨਾਂ ਨੇ ਨਾ ਨਹੀਂ ਕੀਤੀ। ਦੇਖੋ ਕਿ ਜਿਹੜੀਆਂ ਬੀਬੀਆਂ ਸਮਾਗਮਾਂ ਦੇ ਵਿੱਚ, ਪ੍ਰੋਗਰਾਮਾਂ ਦੇ ਵਿੱਚ ਕੀ ਕਰਦੀਆਂ ਸਨ ਕਿ ਉਹ ਹਮੇਸ਼ਾ ਸੋਚਦੀਆਂ ਸਨ ਕਿ ਆਪਾਂ ਹੁਣ ਡਰੈਸ ਲੈਣੇ ਨੇ, ਨਵੇਂ ਡਰੈਸ ਲੈਣੇ, ਕੱਪੜਾ ਪਾਉਣਾ, ਕੋਈ ਮੈਂ ਉਸ ਵਿੱਚ ਉਹਦੇ ਖਿਲਾਫ ਨਹੀਂ ਆ, ਪਾਉਣਾ ਵਧੀਆ ਤੋਂ ਵਧੀਆ। ਲੇਕਿਨ ਜਦੋਂ ਆਪਾਂ ਸਮਾਗਮ ਵਿੱਚ ਕਿਸੇ ਸਾਡੀ ਇੱਕ ਯੂਨੀਫਾਰਮ ਹੋਏ ਜਿਹਦੇ ਵਿੱਚ ਅਸੀਂ ਸੇਵਾ ਦੇ ਪੱਖ ਨੂੰ ਲੈ ਲਈਏ, ਜਿਵੇਂ ਲੰਗਰ ਦੇ ਵਿੱਚ ਸਾਡੀਆਂ ਭੈਣਾਂ ਖੜੀਆਂ ਹੋਣੇ ਸ਼ੁਰੂ, ਬੜੇ ਆਰਾਮ ਨਾਲ ਬਜ਼ੁਰਗ ਆਉਂਦੀਆਂ ਨੇ, ਬੱਚੇ ਆਉਂਦੇ ਨੇ ਛੋਟੇ ਛੋਟੇ, ਉਹਨਾਂ ਨੂੰ ਆਰਾਮ ਨਾਲ ਅੱਗੇ ਲਗਾਉਣਾ। ਮੈਂ ਕਿਹਾ ਇੱਕ ਸੇਵਾ ਹੈ, ਇੱਕ ਸੇਵਾ ਹੈ। ਉਸ ਸੇਵਾ ਨੂੰ ਅਸੀਂ ਡਿਊਟੀ ਦੇ ਰੂਪ ਵਿੱਚ ਕਰਦੇ ਹਾਂ, ਕਿਉਂਕਿ ਸੇਵਾ ਹੁੰਦੀ ਹੈ ਜਾਂ ਥੋੜ੍ਹੀ ਕਰਕੇ ਪਰੇ ਹਟ ਜਾਓ। ਲੇਕਿਨ ਉਹ ਭੈਣਾਂ ਸਾਰੀਆਂ ਸਾਡੇ ਬੀਬੀਆਂ, ਉਹਦੇ ਵਿੱਚ ਸਾਡੇ ਵੀਰ ਵੀ ਨੇ, ਸਾਡੀ ਕਲਾਸ ਦੇ ਵਿੱਚ ਵੀਰ ਵੀ ਆਉਂਦੇ ਨੇ, ਅਤੇ ਉਹਨਾਂ ਨੂੰ ਮਤਲਬ ਅਸੀਂ ਸਾਡੀ ਕਲਾਸ ਦੇ ਵਿੱਚ 90 ਸਾਲ ਦੀ ਬੀਬੀ ਨੇ ਗੁਰਬਾਣੀ ਮਤਲਬ ਪੰਜਾਬੀ ਸਿੱਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਅਤੇ ਦਾਸ ਦਾ ਵੀ ਇਹੋ ਮਿਸ਼ਨ ਸੀ ਕਿ ਹਰ ਬੀਬੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ। ਕਿਉਂਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿ ਸਾਡਾ ਜਿਹੜਾ ਮਨੋਰਥ ਹੈ, ਜਿਸ ਲਈ ਸਾਨੂੰ ਸੰਸਾਰ ਵਿੱਚ ਗੁਰੂ ਵਾਹਿਗੁਰੂ ਜੀ ਨੇ ਭੇਜਿਆ ਹੋਇਆ ਹੈ, ਭਈ ਪ੍ਰਾਪਤ ਮਾਨਕ ਦਿਓਰੀਆ, ਗੋਬਿੰਦ ਮਿਲਨ ਕੀ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨੂੰ। ਅਵਰ ਕਾਜ ਇਹ ਨਹੀਂ ਕਿ ਜਿਹੜੇ ਦੁਨੀਆ ਦੇ ਧੰਦੇ ਨੇ, ਅਵਰ ਕਾਜ ਨੇ ਜਿਹੜੇ ਕਿ ਅਸੀਂ ਝੂਠ, ਨਿੰਦਾ, ਨਫ਼ਰਤ, ਇਹ ਸਾਰੇ ਅਵਰ ਕਾਜ ਨੇ, ਇਹ ਜਿਹੜੇ ਅਸੀਂ ਅਪਣਾ ਲਏ ਹੋਏ ਨੇ। ਇਹਨਾਂ ਤੋਂ ਅਸੀਂ ਕਮ ਸੇ ਕਮ ਬਚ ਸਕਦੇ ਹਾਂ। ਸੰਸਾਰ ਵਿੱਚ ਰਹਿੰਦੇ ਹਾਂ, ਅਸੀਂ ਪਰਿਵਾਰਾਂ ਨੂੰ ਵੀ ਸੰਭਾਲਦੇ ਨੇ, ਪਰਿਵਾਰਾਂ ਨੂੰ ਵੀ ਸੰਭਾਲਣਾ, ਸਮਾਜ ਵਿੱਚ ਵੀ ਵਿਚਰਨਾ, ਹਰ ਦੁੱਖ ਸੁੱਖ ਖੁਸ਼ੀ ਗਮੀ ਸਾਰੀ ਜਗ੍ਹਾ ਪਹੁੰਚਣਾ ਹੈ। ਲੇਕਿਨ ਧਰਮ ਪ੍ਰਚਾਰ ਦੀ ਇੱਕ ਡਿਊਟੀ ਸਮਝ ਕੇ ਕਿ ਸਾਡੀ ਡਿਊਟੀ ਹੈ। ਹੁਣ ਅਗਰ ਕਿ ਕੋਈ ਭੈਣ ਕਿਸੇ ਕਾਰਜ ਵਿੱਚ ਗਈ ਹੋਈ ਹੈ, ਕਿਸੇ ਦੇ ਘਰ ਵਿਆਹ ਵਿੱਚ ਗਈ ਹੋਈ ਹੈ, ਅਤੇ ਉਸਨੇ ਕਹਿਣਾ ਕਿ ਨਹੀਂ ਅੱਜ ਸ਼ਾਮਾਂ ਦੀ ਜੋ ਡਿਊਟੀ ਸਾਡੀ ਉੱਥੇ ਫਲਾਣੀ ਜਾਂ ਲੰਗਰ ਦੀ ਪਹੁੰਚਣੀ ਹੈ, ਉੱਥੇ ਪਹੁੰਚਦੀਆਂ ਨੇ, ਇੱਕ ਜ਼ਿੰਮੇਵਾਰੀ ਸਮਝ ਕੇ ਪਹੁੰਚਦੀਆਂ। ਕੋਈ ਸਾਨੂੰ ਮੁਸ਼ਕਲਾਤ ਨਹੀਂ ਹਰਸਿਮਰਤ ਜੀ ਆਉਂਦੀ, ਕੋਈ। ਬਾਣੀ ਦਾ ਫਰਮਾਨ ਹੈ, ਗੱਲੀਆਂ ਅਸੀਂ ਚੰਗੀਆਂ ਚਾਰੀ ਬੁਣੀਆਂ, ਮਨੋਂ ਕਸੁੱਦਾਂ ਕਾਲੀਆਂ ਬਾਹਰ ਚਿਟਵੀਆਂ। ਕਈ ਵਾਰ ਸਮਾਜ ਵਿੱਚ ਵਿਚਰਦਿਆਂ ਖਾਸ ਕਰਕੇ ਮੈਂ ਜੇ ਇਸ ਗੱਲ ਕਰਾਂ ਤਾਂ ਇੱਕ ਪ੍ਰਸ਼ਨ ਵੀ ਉੱਠਦਾ ਕਿ ਜਿਹੜੇ ਮਿਸ਼ਨਰੀ ਜਿਹੜੇ ਸੋਚ ਵਾਲੇ ਵਿਅਕਤੀ ਨੇ ਜਾਂ ਉਸ ਸੋਚ ਨੂੰ ਜਿਹੜੇ ਤੋਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਸਾਦਗੀ ਭਰਪੂਰ ਜੀਵਨ ਦੀ ਗੱਲ ਕਰਦੇ ਨੇ। ਲੇਕਿਨ ਅਜੋਕਾ ਸਮਾਜ ਖਾਸ ਕਰਕੇ ਉੱਤਰ ਆਧੁਨਿਕਤਾ ਦਾ ਦੌਰ ਵਿੱਚ ਸਾਦਗੀ ਜਿਹਾ ਜੀਵਨ ਬਤੀਤ ਕਰਨਾ ਆਪਣੇ ਆਪ ਹੀ ਵੱਡੀ ਸਮੱਸਿਆ। ਵਿਆਹਾਂ ਸ਼ਾਦੀਆਂ ਤੋਂ ਲੈ ਕੇ ਜਿਹੜੇ ਮਰਨ ਤੱਕ, ਜਿਹੜੇ ਅੱਜ ਤੱਕ ਹੁਣ ਜਿਹੜੇ ਇਹ ਸਾਦਗੀ ਭਰਪੂਰ ਜਿਹੜੀ ਹੁੰਦੀ ਹੈ ਉਹ ਰਸਮਾਂ ਨਹੀਂ ਰਹੀਆਂ। ਇੱਕ ਮਿਸ਼ਨਰੀ ਦੇ ਤੌਰ 'ਤੇ ਜਿਹੜੇ ਤੁਸੀਂ ਇਹ ਚੀਜ਼ਾਂ ਸਮਾਜ ਵਿੱਚ ਵੇਖਦੇ ਹੋ, ਮਨ ਵਿੱਚ ਚੀਜ਼ ਉੱਠਦੀ ਹੈ ਕਿ ਗਲਤ ਹੋ ਰਿਹਾ? ਦੇਖੋ ਜੀ, ਸਮਾਜ ਵਿੱਚ ਇਹੋ ਜਿਹੀਆਂ ਚੀਜ਼ਾਂ ਉੱਥੇ ਉਤਰਦੀਆਂ ਨੇ ਜਿਹੜੇ ਅਜੇ ਇਹਨਾਂ ਚੀਜ਼ਾਂ ਨੂੰ ਅੰਦਰੂਨੀ ਰੂਹਾਨੀਅਤ ਪੱਖੋਂ ਤਿਆਰ ਨਹੀਂ ਹਨ। ਉਸ ਵਿੱਚ ਜਾਂਦੇ ਹਾਂ ਦਿਲ ਦੁਖਦਾ ਨਹੀਂ, ਲੇਕਿਨ ਇਹ ਮਹਿਸੂਸ ਹੁੰਦਾ ਕਿ ਇਹਨਾਂ ਨੂੰ ਹਾਲਾਂ ਪਤਾ ਨਹੀਂ ਕਿ ਸਾਡੀ ਮਰਿਆਦਾ ਕੀ ਹੈ, ਸਾਡਾ ਸਿਧਾਂਤ ਕੀ ਹੈ, ਸਾਡਾ ਜੀਵਨ ਕੀ ਹੈ। ਸਾਡਾ ਜੀਵਨ ਇੱਕ ਅਗਰ ਸੋਚਿਆ ਜਾਏ, ਇਨਸਾਨੀਅਤ ਦਾ ਜਿਹੜਾ ਜੀਵਨ ਹੈ ਨਾ, ਬੜਾ ਸੋਹਣਾ ਅਤੇ ਸੁਚੱਜਾ ਜਿਹਾ ਜੀਵਨ ਹੈ। ਕਿਉਂਕਿ ਉਸਨੇ ਕਾਰਜ ਕੀ ਕਰਨੇ ਨੇ, ਉਸਨੇ ਪਹਿਲੇ ਆਪਣੇ ਜੀਵਨ ਨੂੰ ਸੰਭਾਲਣਾ ਹੈ, ਆਪਣਾ ਭਲਾ ਕਰਨਾ। ਜਿਵੇਂ ਆਪਾਂ ਅਰਦਾਸ 'ਤੇ ਵੀ ਪੜ੍ਹਦੇ ਹਾਂ ਨਾ, ਨਾਨਕ ਨਾਮ
ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਤੇ ਪਹਿਲਾਂ ਆਪਣਾ ਭਲਾ ਤਾਂ ਕਰੀਏ, ਪਹਿਲੇ ਆਪਣੇ ਅੰਦਰ ਸਕੂਨ ਪੈਦਾ ਕਰੀਏ। ਇਹ ਗੁਰੂ ਨਾਨਕ ਦਾ ਮਿਸ਼ਨ ਹੈ। ਬਾਕੀ ਜਿੱਥੇ ਵੀ ਆਪਾਂ ਜਾਂਦੇ ਹਾਂ ਦੇਖਦੇ ਹਾਂ ਦਿਲ 'ਚ ਇਹ ਹੁੰਦਾ ਕਿ ਭਾਈ ਅਸੀਂ ਮਤਲਬ ਕਿਤੇ ਘਾਟ ਹੈ, ਸ਼ਾਇਦ ਸਾਡੀ ਘਾਟ ਹੈ, ਸ਼ਾਇਦ ਸਾਡੇ ਪ੍ਰਚਾਰਕਾਂ ਦੀ ਘਾਟ ਹੈ ਕਿ ਇਹਨਾਂ ਨੂੰ ਮਤਲਬ ਜੀਵਨ ਹੁਣ ਕਈ ਵਾਰੀ ਆਖਿਆ ਜਾਂਦਾ ਨਾ ਕਿਸੇ ਬੱਚੇ ਨੂੰ ਕੁਝ ਆਉਂਦਾ ਨਹੀਂ, ਇਹਨੂੰ ਕੀ ਕਰੀਏ ਅਸੀਂ, ਇਹਨੂੰ ਘੋਲ ਕੇ ਪਾਓਗੇ ਦਿਮਾਗ ਵਿੱਚ ਹੈ, ਘੋਲ ਕੇ ਪਾਓਗੇ। ਤੇ ਇਹ ਗੱਲ ਕਈ ਵਾਰੀ ਸੋਚਣ ਨੂੰ ਆਉਂਦੀ ਹੈ। ਤੇ ਹੁਣ ਘੋਲ ਕੇ ਪਾ ਨਹੀਂ ਸਕਦੇ, ਮਗਰ ਸਾਡਾ ਐਸਾ ਪ੍ਰਚਾਰ ਹੋਏ ਕਿ ਐਸਾ ਪ੍ਰਚਾਰ ਹੋਏ ਪਿਆਰ ਵਾਲਾ, ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਕਿਵੇਂ ਦੁਨਿਆਵੀ ਜੋ ਗਾਇਕ ਸਨ ਮਰਦਾਨਾ, ਉਹ ਉਸ ਸਕੂਲ 'ਚ ਸੀ ਜਿਸ ਸਕੂਲ 'ਚ ਤੇ ਗਾ ਕੇ ਤੇ ਆਪਣਾ ਰੋਟੀ ਰਿਜ਼ਕਦਾ ਸੀ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਸੀ ਕਿ ਇਹ ਸਰੰਦਾ ਤੈਨੂੰ ਦੇ ਰਿਹਾ ਮੈਂ, ਪਰ ਇਸ 'ਤੇ ਤੂੰ ਗਾਣਾ ਗਾਈ ਨਾ, ਇੱਥੇ ਗੁਰੂ ਦਾ ਜਸ ਗਾਈ। ਤੇ ਉਹਨੂੰ ਪਿਆਰ ਦੇ ਨਾਲ ਉੱਥੋਂ ਖਿੱਚ ਕੇ ਲਿਆਂਦਾ ਸੀ। ਤੇ ਗੁਰੂ ਨਾਨਕ ਦੀ ਜੋ ਬਾਣੀ ਹੈ ਬੜੀ ਮਿੱਠੀ ਬੋਲੜੀ ਹੈ, ਮਿੱਠੀ ਹੈ। ਉਸ ਨੂੰ ਆਪਾਂ ਪਿਆਰ ਦੇ ਨਾਲ ਅਗਰ ਦੂਜਿਆਂ ਤੱਕ ਪਹੁੰਚਾਈਏ, ਮੈਨੂੰ ਲੱਗਦਾ ਕਿ ਸ਼ਾਇਦ ਜਿਨ੍ਹਾਂ ਤੱਕ ਅਸੀਂ ਪਹੁੰਚੇ ਹਾਂ, ਜਿਨ੍ਹਾਂ ਤੱਕ ਆਪਾਂ ਪਹੁੰਚਣਾ ਚਾਹੁੰਦੇ ਹਾਂ, ਸਾਡਾ ਮਿਸ਼ਨ ਇਹੀ ਹੈ ਕਿ ਇੱਕ ਦੂਜੇ ਦੀ ਅੰਦਰੋਂ ਰੂਹਾਨੀਅਤ ਪੱਖੋਂ ਆਪਾਂ ਜਗਾ ਦਈਏ, ਉਹਨਾਂ ਨੂੰ ਜਗਾ ਲਈਏ, ਉਹਨਾਂ ਨੂੰ ਸਮਝ ਆ ਜਾਵੇ ਜਿੱਥੇ ਕਿ ਸਾਡਾ ਮਨ ਵੀ ਨਾ ਦੁਖੇ ਤੇ ਦੁਖਣਾ ਵੀ ਨਹੀਂ ਚਾਹੀਦਾ। ਇਹ ਸਮਝ ਆਉਣੀ ਚਾਹੀਦੀ ਕਿ ਇਹਨਾਂ ਨੂੰ ਹਾਲਾ ਪਤਾ ਨਹੀਂ ਤੇ ਇਹਨਾਂ ਨੂੰ ਸਮਝਾਉਣ ਦਾ ਤਰੀਕਾ ਕਿਹੜਾ ਲੱਭੀਏ। ਜਿਵੇਂ ਆਪਣਾ ਬੱਚੇ ਨੂੰ ਆਪਾਂ ਦੇਖੋ, ਛੋਟਾ ਬੱਚਾ ਹੁੰਦਾ ਹੈ, ਉਹ ਖਾਣਾ ਨਹੀਂ ਚਾਹੁੰਦਾ। ਅੱਜ ਦਾ ਬੱਚਾ ਵੈਸੇ ਬਹੁਤ ਘੱਟ ਖਾਂਦਾ ਹੈ। ਮਾਂ ਦੌੜਦੀ ਹੈ, ਕਦੇ ਗੁੱਤ ਕਰਦੀ ਹੈ, ਕਦੇ ਸੀੜੀ 'ਤੇ ਲਾਉਂਦੀ ਹੈ, ਅੱਜ ਕਦੇ ਕਾਰਟੂਨ ਲਗਾ ਕੇ ਦਿਖਾਉਂਦੀ, ਕਿਸ ਤਰ੍ਹਾਂ ਉਹਨੂੰ ਮੋਟੀਵੇਟ ਕਰਦੀ ਹੈ ਬੱਚੇ ਨੂੰ ਕਿ ਇਹਦੇ ਜੀਵਨ ਦੇ ਵਿੱਚ ਨਿਖਾਰ ਆ ਜਾਵੇ। ਤੇ ਹੁਣ ਸਮਝੋ ਕਿ ਜਿਹੜੇ ਹਾਲਾਂ ਤੱਕ ਜਿਨ੍ਹਾਂ ਨੂੰ ਹਾਲਾਂ ਸਮਝ ਨਹੀਂ ਆਈ, ਮੈਨੂੰ ਲੱਗਦਾ ਕਿ ਉਹ ਅਸੀਂ ਉਹਨਾਂ ਨੂੰ ਇਹੋ ਸਮਝੀਏ ਕਿ ਹਾਲਾਂ ਉਹਨਾਂ ਨੂੰ ਸਮਝ ਨਹੀਂ, ਉਹਨਾਂ ਨੂੰ ਕਿਵੇਂ ਉਹਨਾਂ ਦੇ ਜੀਵਨ 'ਚ ਨਿਖਾਰ ਲਿਆਂਦੀ ਜਾਏ ਤੇ ਖੂਬਸੂਰਤੀ ਲਿਆਂਦੀ ਜਾਏ। ਉਹ ਸੱਚੀ ਖੂਬਸੂਰਤੀ ਦੇ ਨਾਲ ਸੱਚੇ ਸਮਾਜ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ। ਸ਼ਾਇਦ ਇਹ ਵੀ ਕਹਿਣਾ ਇੱਥੇ ਠੀਕ ਹੋਵੇਗਾ ਕਿ ਜਿਨ੍ਹਾਂ ਨੂੰ ਜਾਂ ਤਾਂ ਹਲੇ ਸਮਝ ਨਹੀਂ ਆਈ ਜਾਂ ਜੋ ਸਮਝਣਾ ਨਹੀਂ ਚਾਹੁੰਦੇ, ਸ਼ਾਇਦ ਉਹ ਇਸ ਫਰਮਾਨ ਨੂੰ ਭੁੱਲ ਚੁੱਕੇ ਨੇ ਕਿ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੌਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸਰੇਵੋ ਜਾਂ ਕੇ ਜੀ ਪੁਰਾਣਾ। ਸ਼ਾਇਦ ਉਹ ਇਸ ਚੀਜ਼ ਨੂੰ ਭੁੱਲ ਗਏ ਨੇ ਕਿ ਜ਼ਿੰਦਗੀ ਇੱਕ ਸਾਹ 'ਤੇ ਨਿਰਭਰ ਕਰਦੀ ਹੈ। ਜੇ ਸਾਹ ਨਾ ਰਹੇ ਤਾਂ ਹੋ ਸਕਦਾ ਸਾਡਾ ਅਗਲਾ ਕਰਮ ਹੈ, ਜਿਹੜਾ ਅਗਲਾ ਕਾਰਜ ਹੈ, ਜਿਹੜਾ ਉਹ ਉਸੇ ਤਰ੍ਹਾਂ ਵਿਅਰਥ ਚਲਾ ਜਾਏ। ਖਾਸ ਤੌਰ 'ਤੇ ਇੱਥੇ ਮੈਂ ਪੁੱਛਣਾ ਚਾਹਾਂਗਾ, ਤੁਸੀਂ ਇਸ ਚੀਜ਼ ਨੂੰ ਬੜੇ ਬਖੂਬੀ ਢੰਗ ਨਾਲ ਵੇਖਦੇ ਵੀ ਰਹੇ ਔਰ ਵੇਖਦੇ ਵੀ ਆਏ ਹੋ, ਕੀ ਗਤੀਵਿਧੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ? ਖਾਸ ਕਰਕੇ ਜੇ ਸੂਬਾਈ ਪੱਧਰ 'ਤੇ ਮੈਂ ਦੇਖਾਂ ਜਾਂ ਸੂਬੇ ਤੋਂ ਬਾਹਰ ਵੀ ਜਾਈਏ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਤੁਸੀਂ, ਖਾਸ ਤੌਰ 'ਤੇ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸ ਦਿਆਂ ਕਿ ਗੁਰਦੀਪ ਕੌਰ ਹੋਰ ਨਾ ਕੇਵਲ ਇੱਕ ਸੰਸਥਾ ਦੇ ਰੂਪ ਵਿੱਚ ਆਪਣਾ ਕੰਮ ਕਰ ਰਹੇ ਨੇ, ਸਗੋਂ ਉਹ ਵੀਡੀਓਜ਼ ਰਾਹੀਂ ਵੀ, ਆਨਲਾਈਨ ਵੀਡੀਓਜ਼ ਰਾਹੀਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਵੀ ਕਰਦੇ ਨੇ। ਅਜਿਹੀਆਂ ਗਤੀਵਿਧੀਆਂ ਵੀ ਤੁਸੀਂ ਰੁੱਝੇ ਹੋਏ ਹੋ, ਉਹਨਾਂ ਗਤੀਵਿਧੀਆਂ ਦਾ ਜਿਹੜਾ ਮੋੜਵਾ ਰੂਪ ਵੀ ਜਿਹੜਾ ਉੱਤਰ ਮਿਲ ਰਿਹਾ ਹੈ ਖਾਸ ਕਰਕੇ ਸਮਾਜ ਵੱਲੋਂ, ਕਿਸ ਤਰ੍ਹਾਂ ਦੇ ਮਿਲ ਰਹੇ ਨੇ? ਜੀ ਉਹ ਜਦੋਂ ਕੋਵਿਡ ਦਾ ਟਾਈਮ ਆਇਆ ਸੀ, ਉਸ ਟਾਈਮ ਜਦੋਂ ਸਕੂਲਾਂ ਦੀਆਂ ਕਲਾਸਾਂ ਲੱਗ ਚੁੱਕੀਆਂ, ਦੁਨਿਆਵੀ ਪੜ੍ਹਾਈ ਵੱਧ ਰਹੀ ਸੀ, ਤੇ ਮਨ ਵਿੱਚ ਸੋਚਿਆ ਕਿ ਵਿਦਿਆਰਥੀਆਂ ਦੀ, ਜੋ ਸਾਡੇ ਵਿਦਿਆਰਥੀ ਨੇ ਸਾਡੇ ਸਰਕਲ ਵਿੱਚ ਜੋ ਕਲਾਸਾਂ ਦੇ ਰਹੇ ਨੇ, ਉਹਨਾਂ ਨੇ ਦੇਖੋ ਉਹਨਾਂ ਦੇ ਮਨ 'ਚ ਇੰਨੀ ਜਾਗਰਤਾ ਆ ਚੁੱਕੀ ਸੀ, ਮਤਲਬ ਇੰਨੇ ਖੁਸ਼ ਹੋ ਗਏ ਸਨ ਕਿ ਜੇ ਸਕੂਲਾਂ ਦੀਆਂ ਕਲਾਸਾਂ ਆਨਲਾਈਨ ਲੱਗ ਰਹੀਆਂ ਤੇ ਤੁਸੀਂ ਸਾਡੀ ਗੁਰਮਤਿ ਦੀ ਕਲਾਸ ਕਿਉਂ ਨਹੀਂ ਆਨਲਾਈਨ ਲੈਂਦੇ। ਉਹ ਸ਼੍ਰੀਨਗਰ ਦੇ ਵਿੱਚ ਆਪਾਂ ਸ਼ੁਰੂ ਕੀਤੀ, ਸ਼੍ਰੀਨਗਰ ਤੋਂ ਉਹ ਪਿੰਡਾਂ ਵਿੱਚ ਚਲੀ ਗਈ, ਇੱਕ ਦੂਜੇ ਨਾਲ ਮੈਸੇਜ, ਕਿਉਂਕਿ ਛੁੱਟੀਆਂ ਦੇ ਕੋਵਿਡ ਦੌਰਾਨ ਲੋਕੀ ਰਿਸ਼ਤੇਦਾਰਾਂ ਦੇ ਘਰ ਜਾਂਦੇ ਸੀ, ਇਹ ਨੰਬਰ ਅੱਗੇ ਦਿੰਦੇ ਗਏ ਤੇ ਉਹ ਚੱਲਦਾ ਗਿਆ। ਉਹ ਫਿਰ ਬਨਹਾਲ ਕਰਾਸ ਕਰਕੇ ਜੰਮੂ ਦੇ ਵਿੱਚ ਪਹੁੰਚ ਗਈ ਕਲਾਸ। ਇੱਥੋਂ ਚਲਦਿਆਂ ਸਾਡੀ ਉਦੈਪੁਰ, ਕਠੂਆ, ਪਠਾਨਕੋਟ, ਮਤਲਬ ਕਿ USA ਤੱਕ ਵੀ ਇੱਕ ਦੋ ਵਿਦਿਆਰਥੀ ਸਾਡੇ ਉੱਥੇ ਦੇ ਵੀ ਸੀ। ਇਹ ਆਨਲਾਈਨ ਕਲਾਸ ਅੱਜ ਤਕਰੀਬਨ ਕੋਵਿਡ ਦੇ ਦੌਰਾਨ ਤੁਸੀਂ ਆਪਣਾ ਅੰਦਾਜ਼ਾ ਲਾ ਸਕਦੇ 3-4 ਸਾਲ ਹੋ ਚੁੱਕੇ ਨੇ। 4 ਸਾਲ ਤੋਂ ਲਗਾਤਾਰ ਜੋ 100 ਮਤਲਬ ਕੋਈ 44-45 ਵਿਦਿਆਰਥੀ ਜਾਂ ਆਨਲਾਈਨ ਜਿਹੜਾ 3 ਵਜੇ ਦਾ ਡੇਲੀ ਸਵਾਲ ਇੱਕ ਪਾਇਆ ਜਾਂਦਾ ਹੈ। ਸਵਾਲ ਇਸ ਲਈ ਪਾਇਆ ਜਾਂਦਾ ਹੈ ਲਿਖਤੀ ਰੂਪ, ਬਿਲਕੁਲ ਉਸਨੂੰ ਕੰਪਿਊਟਰ ਰਾਹੀਂ ਲਿਖ ਕੇ ਦਾ ਸਵਾਲ ਭੇਜਦੀ ਹੈ ਤੇ ਲਿਖ ਕੇ ਹੀ ਵਿਦਿਆਰਥੀ ਜਵਾਬ ਦਿੰਦਾ ਹੈ। ਕਿਉਂਕਿ ਸਾਡੀ ਜੋ ਪੰਜਾਬੀ ਬੋਲੀ ਹੈ, ਪੰਜਾਬੀ ਬੋਲੀ ਲਿਖਣ ਤੋਂ ਆਪਾਂ ਬਹੁਤ ਅਵੇਸਲੀ ਹੋ ਚੁੱਕੇ ਸੀ, ਤੇ ਉਹ ਲਿਖਾਈ ਦੀ ਜੋ ਕਈ ਵਿਦਿਆਰਥੀਆਂ ਨੇ ਲਿਖਿਆ ਨਹੀਂ, ਲਿਖਣਾ ਵੀ ਮਤਲਬ ਉਹਨਾਂ ਨੇ ਹੁਣ ਸ਼ੁਰੂ ਕਰ ਲਿਆ ਹੈ। ਤੇ ਆਪਾਂ ਉਹਨਾਂ ਦੀਆਂ ਡਾਇਰੀਆਂ ਵੀ ਚੈੱਕ ਕਰਦੇ ਹਾਂ। ਕੋਸ਼ਿਸ਼ ਰਹਿੰਦੀ ਹੈ ਮੇਰੀ ਕਿ ਮੈਂ ਉਦਮਪੁਰ ਤੋਂ ਵੀ ਗਈ ਹਾਂ, ਉਦਮਪੁਰ ਤੱਕ ਵੀ ਪਹੁੰਚੀ ਹਾਂ। ਕੋਸ਼ਿਸ਼ ਮੇਰੀ ਰਹਿੰਦੀ ਕਿ ਮੈਂ ਉੱਥੇ ਵਿਦਿਆਰਥੀ ਨੂੰ ਪਹੁੰਚ ਕੇ ਤੇ ਉਹਨਾਂ ਦੀ ਡਾਇਰੀ ਚੈੱਕ ਕਰਾਂ, ਉਹਨਾਂ ਨੂੰ
पता लगे कि कोई है पीछे। लिखाई रिस्पांस बहुत अच्छा मिले, विद्यार्थी हालां तक वो क्लास बंद करना चाहती सा, स्कूल खुल गए ने, सब कुछ ठीक हो गया, लेकिन उन्होंने बंद, क्योंकि बाहरले विद्यार्थी कहते ने तुसी बंद कर दो कि साडा की होवेगा, तुसी इस क्लास नूं बंद नहीं करना। रिस्पांस बहुत अच्छा मिल रहा है तो उहदे नाल गुरबाणी कंठ करा रही है, 10 कंठ भी करा रही है। नौवें मैले के श्लोक साढ़े विद्यार्थियों ने कंठ किए ने, 9वें मैले के श्लोक भी साढ़े विद्यार्थियों ने कंठ किए ने। तो उस तो बाद जो बाणी कंठ करके तो अज विद्यार्थी वो बड़ी दूर तक अपनी बाणियां भी कंठ कर, नेम नूं भी संभाल रहा है। नितनेम दी बाणियां का मिशन गुरु नानक का खास करके मिशन समझा है, क्योंकि मिशनरी की है जो गुरु नानक के धर्म नूं फॉलो करता है। गुरु नानक, क्योंकि सब तो पहला मिशनरी गुरु नानक सी। उसने क्या सी ने, जदों उसने दया कपा संतोख सुजात गंडी सतवट ए जनो जी का है तो पांडे का नाए टुटा ना मन लग गया नाए जला न राय धन सो मानस नानका जो घर चला पाए। 9 साल की उम्र खंडन किया सी, पर 9 साल की उम्र में उत्थे खंडन करके तो फिर 9वें जामे के भी 9 साल के उस जनेऊ नूं उतारन नहीं दिता, हाथ बचा लिया, क्योंकि वो मिशन सी। 9 साल की उम्र में उन्होंने उत्पाउन नहीं दिता, तो फिर 9वें जामे के उन्होंने उतारन नहीं दिता। मिशन नूं कित्थे लैके पहुँचे, ये मिशन है गुरु नानक का, जिस मिशन नूं लैके आपां चल चुके हैं तो ये मिशन साड़ा कामयाब हो रहा है। तकरीबन 239 साल का गुरु काल का समा जोड़ा बनता है, तो कई बार सवाल भी उठता कि साडा बच्चा गुरु नानक की सिੱਖੀ तो बागी हो गया है, लेकिन ये कहना ठीक नहीं। मैं समझदा कि साडा बच्चा उन्हां कर्म कांडां तो बागी होया जो तर्कहीन ने, क्योंकि अज तर्क का जमाना है। बच्चा नौजवान तर्क के उत्ते गल करदा, वो तर्क के उत्ते ही बाणी नूं समझिया जांदा। एक समा वो भी सी जदों ये कहा जांदा सी कि बाणी जिहड़ी है व्याकरण आधारित नहीं, लेकिन खोजियां ने ये सारी जानकारी समय समय सिर सामने आती रही। भाई साहिब सिंह की गल करिए, जसपाल सिंह मेहल की गल करिए, जिन्होंने व्याकरण नियमां नूं सामने लिया के गुरबाणी नूं एक व्याकरणक इकाई के रूप में पेश करने की कोशिश की है। मैं खास तौर पर तुहानूं अखीर विच पूछना चाहांगा, एक बाणी के माध्यम राही जो दर्शक तुहानूं देख रहे हैं, जो नवीं पीढ़ी तुहानूं देख रही है, की सुनेहा देना चाहोगे कि गुरु नानक के सिद्धांत नाल बच्चे जुड़ सकन? जी, यही सुनेहा देना चाहती हाँ कि जो गुरु नानक का सिद्धांत है ये सारिया पढ़ाइयाँ तो मैनू लगता कि उत्ते है। साढ़े गुरु नानक पातशाह ने बहुत वो किसी तो घट नहीं सन, तां ही उन्होंने सिद्धियां दे नाल गोष्ठी की थी। सुमेर पर्वत ते जाके कित्थे पहुँचे, हर पक्खों अगे सन, पढ़ाई तो किसी पगों। असी दुनियावी पढ़ाई भी करनी है, लेकिन जो धार्मिक पढ़ाई है, क्योंकि जीरो का अपना कोई मुल नहीं होता, उसका अपना कोई मुल नहीं। जदों तक उसके नाल एका नहीं लगेगा तब तो उसकी रकम बढ़ेगी नहीं। दुनियावी पढ़ाई के नाल जदों असीं धर्म की विद्या नूं अपना लवांगे ना, जिस धर्म विच भी कोई है अपने धर्म की विद्या नूं अपना ले, कि जिहड़ा धर्म है ना वो हमेशा सच्चा मार्ग दसदा है, वो कदे भी गलत नहीं। जे कोई चलेगा चंगी तरह, धर्म का एका नाल लग जाएगा तो उसी पढ़ाई की वैल्यू वध जाती है। वधिया तो वधिया डॉक्टर बनो, केएस करो, वधिया तो वधिया तुसी प्रोफैशनल ते चले जाओ, लेकिन जदों धर्म की विद्या होएगी तो धर्म के मार्ग ते चलोगे तो तुहाडी ये जो जीवन है वो सफल हो जाएगा। तो बच्चों नूं यही है कि दुनियावी पढ़ाई दे विच वध तो वध अपनी मेहनत ते लगन नूं दिखला के ते धर्म अपने अपने धर्म दे विच परपक्क रह के जिथे आपां अपने आप नूं सुकून महसूस करांगे, अपना भला करांगे, फिर जाके सरबत दा भला होवेगा। अपना भला करांगे फिर उत्ते परिवार दा, फिर परिवार दे मैंबरां दा, पड़ोसी समाज ते पूरे देश दा ही भला कर लैणगे, वो बच्चे निखार पाउणगे। मेरी यही आखिर दे विच मैसेज सी। सच्चे मार्ग चलदियां उस्तत करे जहान। मार्ग किहड़ा है? एक दे मार्ग ते तुरना। बाणी कहती है खसम छोड़ दूजे लगे डूबे से बन जा रहा। गुरदीप कौर होरां दा गुरु नानक दे धर्म दे प्रचार ते प्रसार संबंधी अपने वल्लों जो योगदान पाए जा रहे हैं, यही उन्हां दा सुनेहा सी कि गुरु नानक दे दिते हुए रस्ते ते चलीए तो असी अपने आप सकारात्मक मंजिल ते पहुँच जाएंगे। एक बाणी दे खास मुलाकात प्रोग्राम विच बस अज इन्ना ही। दिओ इजाजत। आखो जी वाहिगुरू जी का खालसा वाहिगुरू जी की फतेह।